ਇੱਕ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਆਗਾਮੀ ਸੈਸ਼ਨ ਦੇ ਵਿੱਚ ਇੱਕ ਬਿੱਲ ਆਉਣਾ ਯੂਸੀਸੀ ਯੂਨੀਕੋਡ ਸਿਵਲ ਫਾਰਮ ਅਸੀਂ ਲਾਗੂ ਕਰ ਦੇਣਾ, ਕਾਨੂੰਨ ਬਣਾ ਦੇਣਾ। ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਜਤਾਇਆ। ਇੱਕ ਆਮ ਆਦਮੀ ਪਾਰਟੀ ਆਈ ਹੱਕ ਵਿੱਚ, ਉਹ ਵੀ ਮੁੱਖ ਮੰਤਰੀ ਕੁਝ ਹੋਰ ਕਹਿੰਦੇ ਰਹੇ, ਦਿੱਲੀ ਵਾਲੀ ਲੀਡਰਸ਼ਿਪ ਹੋਰ। ਪਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਸਲੇ ਦੇ ਉੱਤੇ ਇੱਕ ਜਿਹੜੀ ਕਮੇਟੀ ਆਪਣੀ ਬਣਾਈ ਸੀ, ਉਹਨਾਂ ਨੇ ਜਿਹੜੇ ਇਤਰਾਜ਼ ਭੇਜੇ ਹੈ ਲਾਅ ਕਮਿਸ਼ਨ ਨੂੰ ਕਿ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੈ। ਇਹ ਇਤਰਾਜ਼ ਨੇ ਇਸੇ ਕਰਕੇ ਅਸੀਂ ਹੱਕ ਦੇ ਵਿੱਚ ਨਹੀਂ, ਵਿਰੋਧ ਦੇ ਵਿੱਚ ਹਾਂ। ਤੇ ਇਹਨਾਂ ਇਤਰਾਜ਼ਾਂ ਦੇ ਨਾਲ ਕੀ ਵਿਚਾਰਿਆ ਜਾਵੇਗਾ ਜਾਂ ਫਿਰ ਇਗਨੋਰ ਕੀਤਾ ਜਾਵੇਗਾ? ਦੇਖੋ, ਫਿਲਹਾਲ ਤਾਂ ਅਗਰ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੀ ਹੈ, ਉਹਦੀ ਇੰਡੀਆ ਦੇ ਵਿੱਚ ਤੇ ਲੋੜ ਨਹੀਂ ਹੈਗੀ। ਜਦ ਇੰਡੀਆ ਦੇ ਵਿੱਚ ਵੱਖ-ਵੱਖ ਧਰਮ ਨੇ, ਵੱਖ-ਵੱਖ ਜਾਤਾਂ ਨੇ, ਵੱਖ-ਵੱਖ ਨਸਲਾਂ ਨੇ, ਵੱਖ-ਵੱਖ ਰੰਗ ਨੇ, ਹੈ ਨਾ, ਵੱਖ-ਵੱਖ ਬੋਲੀਆਂ ਨੇ। ਇੰਡੀਆ ਵਰਗੇ ਦੇਸ਼ ਦੇ ਵਿੱਚ ਤੇ ਯੂਨੀਫਾਰਮ ਜਿਹੜਾ ਸਿਵਲ ਕੋਡ ਦੀ ਕੋਈ ਜ਼ਰੂਰਤ ਨਹੀਂ। ਲੇਕਿਨ ਮੈਜੋਰਟੀ ਬੀਜੇਪੀ ਦੀ ਔਰ ਮੈਜੋਰਟੀ ਦੀ ਉਹ ਜਮਾਤ ਆ ਜਿਸ ਨੂੰ ਨੁਮਾਇੰਦਗੀ ਕਰਦੀ ਆ, ਤੇ ਇੱਦਾਂ ਤੇ ਹੋ ਨਹੀਂ ਸਕਦਾ ਕਿ ਇੰਡੀਆ ਜਾਂ ਭਾਰਤ ਆ ਇਹਨੂੰ ਆਪਾਂ ਹਿੰਦੁਸਤਾਨ ਦੀ ਜਗ੍ਹਾ ਹਿੰਦੂ ਰਾਸ਼ਟਰ ਕਹਿਣਾ ਸ਼ੁਰੂ ਕਰ ਦਈਏ। ਇਹ ਤੇ ਹੋ ਨਹੀਂ ਸਕਦਾ। ਲੇਕਿਨ ਹੌਲੀ ਹੌਲੀ ਉਸੇ ਚਾਲੇ ਪੈ ਰਹੀ ਹੈ ਬੀਜੇਪੀ। ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਆ ਦੇਸ਼ ਦੇ ਵਿੱਚ। ਅਗਰ ਕੋਈ ਹੁਣ ਬੋਲ ਰਿਹਾ ਸੈਂਟਰ ਦੇ ਕੁਛ ਖਿਲਾਫ ਜਾਂ ਅਜਿਹੀਆਂ ਨੀਤੀਆਂ, ਅਜਿਹੇ ਬਿੱਲਾਂ ਦੇ ਖਿਲਾਫ, ਖੁੱਲ੍ਹ ਕੇ ਕੌਣ ਬੋਲ ਰਿਹਾ? ਸਿੱਖ ਕੌਮ ਬੋਲ ਰਹੀ ਹੈਗੀ ਆ। ਦੇਸ਼ ਦਾ ਈਸਾਈ ਭਾਈਚਾਰਾ ਵੀ ਚੁੱਪ ਆ, ਮੁਸਲਿਮ ਭਾਈਚਾਰਾ ਵੀ ਚੁੱਪ ਆ, ਬੋਧੀ ਵੀ ਚੁੱਪ ਆ, ਜੈਨੀ ਵੀ ਚੁੱਪ ਆ। ਹੁਣ ਸਵਾਲ ਇਹ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਲੈ ਗਏ, ਇਹਦੇ ਨਾਲ ਦੇਸ਼ ਦਾ ਭਲਾ ਹੋਣਾ ਕਿ ਨੁਕਸਾਨ ਹੋਣਾ? ਪਰ ਜਿੱਥੇ ਵੱਖ-ਵੱਖ ਧਰਮ ਹੋਣ, ਵੱਖ-ਵੱਖ ਨਸਲਾਂ ਹੋਣ, ਵੱਖ-ਵੱਖ ਰੰਗ ਹੋਣ, ਉੱਥੇ ਕਿਵੇਂ ਕਿਸੇ ਨੂੰ ਯੂਨੀਫਾਰਮ ਬਣਾਇਆ ਜਾ ਸਕਦਾ? ਪਹਿਲੀ ਗੱਲ, ਕੀ ਪਬਲਿਕ ਡੋਮੇਨ ਦੇ ਵਿੱਚ ਇਹ ਡਰਾਫਟ ਆਇਆ? ਲੋਕਾਂ ਨੂੰ ਸਮਝ ਲੱਗ ਸਕੇ ਕਿ ਹੈ ਕੀ ਆ। ਲੋਕਾਂ ਨੂੰ ਮੋਟਾ ਪਤਾ ਕਿ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ। ਇੱਥੇ ਜੀ ਕਹਿਣਗੇ ਸਾਰੇ ਹਿੰਦੂ ਮੈਰਿਜ ਐਕਟ ਤਹਿਤ ਹੀ ਫੇਰੇ ਹੋਣ, ਲੋਕਾਂ ਨੂੰ ਇੰਨਾ ਪਤਾ ਹੈਗਾ। ਪਰ ਜਦ ਇਹ ਹੈ ਕਿ ਹਰ ਧਰਮ ਦੇ ਰੀਤੀ ਰਿਵਾਜ ਆ ਵੱਖਰੇ ਵੱਖਰੇ ਨੇ, ਤੇ ਫਿਰ ਤੁਸੀਂ ਇੱਕ ਗੁਲਦਸਤੇ 'ਚ ਕਿਵੇਂ ਬਣ ਸਕਦੇ? ਇੰਡੀਆ ਨੂੰ ਤਾਂ ਇਸੇ ਕਰਕੇ ਕਹਿ ਰਹੇ ਨੇ ਕਿ ਅਨੇਕਤਾ ਦੇ ਵਿੱਚ ਏਕਤਾ। ਤੇ ਇਸ ਕਰਕੇ ਇਹ ਪ੍ਰਤੀਕ ਜਿਹੜਾ ਅਨੇਕਤਾ ਦੇ ਵਿੱਚ ਏਕਤਾ ਦਾ ਪ੍ਰਤੀਕ, ਉਹਨੂੰ ਤੋੜਨ ਦੇ ਯਤਨ ਕਿਉਂ ਕੀਤੇ ਜਾ ਰਹੇ? ਜਦ ਪਿਛਲੇ 1947 ਤੱਕ ਹੁਣ ਤੱਕ ਸੋਹਣਾ ਦੇਸ਼ ਚੱਲ ਰਿਹਾ, ਆਪਸੀ ਭਾਈਚਾਰਕ ਸਾਂਝ ਆ ਦੇਸ਼ ਵਿੱਚ, ਏਕਤਾ ਦਾ ਸਬੂਤ ਆ। ਜਦ ਗੱਲ ਇੰਡੀਆ ਦੀ ਹੁੰਦੀ ਆ ਤੇ ਆਪਾਂ ਗੱਲ ਕਿਉਂ ਹਿੰਦੂ ਰਾਸ਼ਟਰ ਦੀ ਕਰਨੀ ਹੈਗੀ ਆ? ਤੁਸੀਂ ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਟੈਕਸ, ਵਨ ਨੇਸ਼ਨ ਵਨ ਰਾਸ਼ਨ, ਇਹ ਜਿਹੜੀਆਂ ਉਸ ਚੀਜ਼ ਨੂੰ ਜਾ ਰਹੇ ਹੋ, ਉਹਦਾ ਇਹ ਕਰਕੇ ਕਿ ਇਹਦਾ ਨੁਕਸਾਨ ਹੋ। ਇਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਬੋਲਣਾ ਪੈਣਾ, ਮਜਬੂਰੀ ਵੀ ਆ ਔਰ ਜ਼ਿੰਮੇਵਾਰੀ ਵੀ, ਇਹਨਾਂ ਦਾ ਫਰਜ਼ ਵੀ ਆ। ਕਿਉਂਕਿ ਸਿੱਖ ਫਲਸਫਾ ਹੈਗਾ, ਗੁਰੂ ਸਾਹਿਬਾਨ ਦੇ ਸਿਧਾਂਤ ਆ, ਉਹਨਾਂ ਸਿਧਾਂਤਾਂ ਦੇ ਨਾਲ ਪਹਿਰਾ ਦੇਣਾ। ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖਾਂ ਦੀ ਉਹ ਨੁਮਾਇੰਦਗੀ ਜਮਾਤ ਆ ਜਿਹੜੀ ਭਾਵੇਂ ਅੱਜ ਡਾਵਾਡੋਲ ਸਥਿਤੀ ਦੇ ਵਿੱਚ ਜਾਂ ਇਹਨਾਂ ਦਾ ਹਸ਼ਰ ਤੇ ਨਸ਼ਰ ਮਾੜਾ, ਲੇਕਿਨ ਲੋਕਾਂ ਨੂੰ ਫਿਰ ਵੀ ਆਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਕਿਹਾ ਇਹ ਤਿੰਨਾਂ ਨੂੰ ਕਹਿੰਦੇ ਕਿ ਕੌਮ ਦੀਆਂ ਇੱਕ ਸੰਸਥਾਵਾਂ ਨੇ, ਜਿਹੜੀਆਂ ਸੰਸਥਾਵਾਂ ਮਾੜੀ ਕਿਸਮ ਨੂੰ ਢਹਿ ਹੋਈਆਂ, ਨੁਕਸਾਨ ਹੋਇਆ। ਪਰ ਫਿਰ ਵੀ ਆਸ ਕੀਤੀ ਜਾਣੀ ਬਣਦੀ ਇਹਨਾਂ ਕੋਲ, ਕਿਉਂਕਿ ਹੋਰ ਕੋਈ ਇੰਨਾ ਸੈਕੂਲਰ ਨਹੀਂ ਹੈਗਾ। ਕਾਂਗਰਸ ਵੀ ਨਾਮ ਦੀ ਸੈਕੂਲਰ ਹੈ, ਬੀਜੇਪੀ ਤਾਂ ਬਿਲਕੁਲ ਸੈਕੂਲਰ ਹੀ ਲੋਕੀ ਮੰਨਦੇ। ਆਮ ਆਦਮੀ ਪਾਰਟੀ ਦਿੱਲੀ ਕੁਛ ਹੋਰ ਕਹਿੰਦੀ ਹੈ, ਕੇਜਰੀਵਾਲ ਸਾਹਿਬ ਕੁਛ ਹੋਰ ਕਹਿੰਦੇ ਨੇ, ਸੰਦੀਪ ਪਾਠਕ ਸਾਹਿਬ ਉਹ ਕੁਛ ਹੋਰ ਕਹਿੰਦੇ, ਭਗਵੰਤ ਮਾਨ ਸਾਹਿਬ ਨੂੰ ਕੁਝ ਹੋਰ ਬੋਲਣਾ ਪੈਂਦਾ ਹੈਗਾ। ਤੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼, ਉਹਨੇ ਕਿਹਾ ਕਿ ਨਹੀਂ ਇਹ ਗਲਤ ਆ, ਇਹਨੂੰ ਇੱਕ ਪਬਲਿਕ ਡੋਮੇਨ 'ਚ ਜਾਣਾ ਚਾਹੀਦਾ, ਲੋਕਾਂ ਤੋਂ ਰਾਏ ਲੈਣੀ ਚਾਹੀਦੀ ਆ, ਪਾਰਟੀਆਂ ਕੋਲ ਰਾਏ ਲੈਣੀ ਚਾਹੀਦੀ, ਮਿਨੋਰਟੀ ਕੋਲ ਰਾਏ ਲੈਣੀ ਚਾਹੀਦੀ ਆ। ਤੇ ਜੇ ਲਾਗੂ ਕਰਤਾ, ਮਿਨੋਰਟੀ ਖਤਰੇ 'ਚ, ਲੋਕਾਂ 'ਚ ਅਵਿਸ਼ਵਾਸ ਹੋਊਗਾ, ਬੜੇ ਖੌਫ ਆ, ਡਰ ਆ। ਉਹਦੀ ਜ਼ਿੰਮੇਵਾਰੀ ਕਿਹਦੀ ਆ? ਭਾਰਤ ਸਰਕਾਰ ਦੀ। ਭਾਰਤ ਸਰਕਾਰ ਨੂੰ ਪਹਿਲਾਂ ਇਸ ਮਸਲੇ ਦੇ ਵਿੱਚ ਖੁੱਲ੍ਹ ਕੇ ਲੋਕਾਂ ਨੂੰ ਦੱਸਣਾ ਚਾਹੀਦਾ। ਜਿਹੜੇ ਲੋਕਾਂ ਦੇ ਤੌਖਲੇ ਨੇ, ਜਿਹੜੇ ਖਦਸ਼ੇ ਨੇ, ਉਹ ਦੂਰ ਕਰਨੇ ਚਾਹੀਦੇ ਨੇ। ਤੇ ਸਭ ਤੋਂ ਵੱਧ, ਜੇ ਇੰਡੀਆ ਹੁਣ ਤੱਕ 75 ਸਾਲਾਂ ਦੇ ਵਿੱਚ ਇੰਨਾ ਵਧਿਆ ਫੁੱਲਿਆ, ਵਿਸ਼ਵ ਦੀ ਇੱਕ ਸ਼ਕਤੀ ਬਣੀ ਹੈ, ਤੇ ਨਹੀਂ 8 ਸਾਲਾਂ 'ਚ ਤਾਂ ਨਹੀਂ ਬਣੀ ਹੈਗੀ। ਤੇ ਆਪਾਂ ਉਸ ਚੀਜ਼ ਨੂੰ, ਉਸ ਪਹਿਲੂਆਂ ਨੂੰ, ਉਹਨਾਂ ਕਿਉਂ ਤੋੜ ਰਿਹਾ? ਇਸ ਕਰਕੇ ਲੱਗਦਾ ਇਸ ਮਸਲੇ ਦੇ ਵਿੱਚ ਜਿੰਨੀਆਂ ਵੀ ਸੈਕੂਲਰ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ। ਇਸ ਬਿੱਲ ਦਾ ਜੇ ਲੱਗਦਾ ਕਿ ਵਿਰੋਧ ਕਰਨਾ ਚਾਹੀਦਾ ਤੇ ਵਿਰੋਧ ਕਰਨਾ ਚਾਹੀਦਾ, ਔਰ ਜੇ ਭਾਰਤ ਸਰਕਾਰ ਨੂੰ, ਬੀਜੇਪੀ ਸਰਕਾਰ ਨੂੰ ਲੱਗਦਾ ਕਿ ਗਲਤ ਆ ਤੇ ਉਹਨਾਂ ਨੂੰ ਗਲਤ ਕਹਿਣਾ ਚਾਹੀਦਾ, ਬਿੱਲ ਵਾਪਸ ਕਰ ਦੇਣਾ ਚਾਹੀਦਾ। ਹਾਲਾਂਕਿ ਪਹਿਲਾਂ ਪਾਰਲੀਮੈਂਟ 'ਚ ਆਊਗਾ, ਫਿਰ ਰਾਜ ਸਭਾ ਦੇ ਵਿੱਚ ਆਊਗਾ, ਕਿਉਂਕਿ ਹੁਣ ਦੋਨਾਂ ਜਗ੍ਹਾ ਦੇ ਵਿੱਚ ਬੀਜੇਪੀ ਦੀ ਮੈਜੋਰਟੀ ਹੈ। ਜੇ ਧੱਕਾ ਚੱਲਿਆ ਤੇ ਪਾਸ ਹੋਏ, ਇਹ ਨਾ ਹੋਣ ਕਿ ਫਿਰ ਲੋਕ ਇਕੱਠੇ ਹੋਣ, ਜੰਤਰ ਮੰਤਰ ਜਾਣ, ਮਿਨੋਰਟੀ ਇਕੱਠੀ ਹੋਣ ਤੇ ਫਿਰ ਸਰਕਾਰ ਦੇ ਖਿਲਾਫ ਖੜੀਆਂ ਹੋਣ। ਪਰ ਕੁੱਲ ਮਿਲਾ ਕੇ ਹੈ ਕਿ ਇਹ ਜਿਹੜਾ ਲੈ ਕੇ ਆ ਰਹੇ ਨੇ ਯੂਨੀਫਾਰਮ ਸਿਵਲ ਕੋਡ, ਇਹ ਦੇਸ਼ ਦੇ ਲਾਭ ਦੇ ਵਿੱਚ ਆ ਜਾਂ ਹਾਨੀ ਦੇ ਵਿੱਚ ਆ, ਜਾਂ ਦੇਸ਼ ਦੇ ਹਿੱਤ ਦੇ ਵਿੱਚ ਆ ਜਾਂ ਫਿਰ ਇੱਕ ਫਿਰਕੇ ਦੇ ਹਿੱਤ ਦੇ ਵਿੱਚ ਆ, ਇਹ ਲੋਕਾਂ ਨੂੰ ਡਿਸਾਈਡ ਕਰਨਾ ਪਊਗਾ। ਜੀ, ਬਹੁਤ ਸ਼ੁਕਰੀਆ।